इस करके आओ जो सतगुरु पातशाह की पावन पवित्र गुरबाणी सुखमई साहब की अपनी चल रही है विचार। पहली अष्टपदी की 6वीं पौड़ी की आपां अज विचार आरंभ करते हैं। सतगुरु पातशाह समझा रहे हैं आपां नूं कि प्रभ कै सिमरन कारज पूरे, प्रभ कै सिमरन कबहू ना झूरे। सतगुरु पातशाह आपां नूं इह माफ करना, आपां 7वीं पौड़ी तो आरंभ कर ली, 6वीं तो करनी सी। पातशाह समझा रहे हैं प्रभ को सिमरै से पर उपकारी, प्रभ को सिमरै तिन सद बलिहारी। कि जिहड़ा इंसान अपने जीवन काल दौरान दुनिया के धंधियां दे नाल नाल उस अकाल पुरख वाहिगुरू का सिमरन करदा, ਉਹਦਾ ਜਿਹੜਾ ਜੀਵਨ ਆ ਉਹ ਪਰਉਪਕਾਰ ਵਾਲਾ ਬਣ ਜਾਂਦਾ ਹੈ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ। ਇੱਕ ਅਸੀਂ ਪਰਉਪਕਾਰ ਕਰਦੇ ਹਾਂ ਸੰਸਾਰ ਦੇ ਅੰਦਰ, ਕਿਸੇ ਦੀ ਕਿਸੇ ਨੇ ਮਦਦ ਕਰਤੀ ਤਾਂ ਉਹ ਅਹਿਸਾਨ ਜਤਾਉਂਦਾ ਇਨਸਾਨ ਕਿ ਮੈਂ ਮਾੜੇ ਸਮੇਂ ਤੇਰੀ ਮਦਦ ਕਰੀ, ਤੇ ਜਦੋਂ ਕਿਤੇ ਉਹਨੂੰ ਲੋੜ ਪੈਂਦੀ ਉਹ ਇਨਸਾਨ ਨਹੀਂ ਉਹਦੇ ਕੰਮ ਆਖੇ ਲੱਗਦਾ ਤਾਂ ਗੁੱਸਾ ਜ਼ਾਹਰ ਕੀਤਾ ਜਾਂਦਾ। ਦੂਸਰੇ ਪਾਸੇ ਪਾਤਸ਼ਾਹ ਸਮਝਾ ਰਹੇ ਆ ਜਿਹੜੇ ਫਿਰ ਪ੍ਰਭੂ ਦੀ ਬੰਦਗੀ ਕਰਨ ਵਾਲੇ ਲੋਕ ਨੇ, ਉਹਨਾਂ 'ਚ ਸੰਸਾਰੀ ਲੋਕਾਂ 'ਚ ਫਰਕ ਕੀ ਹੁੰਦਾ। ਜੋ ਆਪਾਂ ਬਾਣੀ 'ਚ ਪੜ੍ਹਦੇ ਹਾਂ, ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਆਮ ਇਨਸਾਨ ਕੋਈ ਪਰਉਪਕਾਰ ਕਰਦਾ ਉਹਦੇ ਫਲ ਦੀ ਇੱਛਾ ਰੱਖਦਾ। ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਲੋਕ ਨੇ ਉਹ ਕਿਸੇ ਇਨਸਾਨ ਤੇ ਜੇ ਪਰਉਪਕਾਰ ਕਰਦੇ ਆ ਉਹਦੀ ਮੋੜ ਕੇ ਫਲ ਦੀ ਇੱਛਾ ਨਹੀਂ ਰੱਖਦੇ। ਉਹਨਾਂ ਦੇ ਮਨ ਦੇ ਅੰਦਰ ਉਸ ਮਾਲਿਕ ਨੇ ਇਸ ਗੱਲ ਦਾ ਗਿਆਨ ਕਰਾਤਾ ਕਿ ਜੋ ਦਿਸੇ ਸੋ ਤੇਰਾ ਰੂਪ। ਜੋ ਇਹ ਸੰਸਾਰ ਦ੍ਰਿਸ਼ਟਮਾਨ ਦਿਖਾਈ ਦੇ ਰਿਹਾ ਇਹ ਪ੍ਰਮਾਤਮਾ ਦਾ ਸਰਗੁਣ ਸਰੂਪ ਹੈ। ਉਹ ਫਿਰ ਜੇ ਕਿਸੇ ਤੇ ਪਰਉਪਕਾਰ ਕਰਦੇ ਵੀ ਆ ਉਹ ਇਹ ਨਹੀਂ ਕਹਿੰਦੇ ਕਿ ਮੈਂ ਕੀਤਾ। ਉਹਨਾਂ ਦੇ ਮਨ ਦੇ ਅੰਦਰ ਵਾਹਿਗੁਰੂ ਨੇ ਇਹ ਸਮੱਤ ਬਖਸ਼ਿਸ਼ ਕਰਤੀ ਕਿ ਉਸ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਚੋਂ ਤੇ ਮੈਂ ਉਸੇ ਪ੍ਰਮਾਤਮਾ ਦੀ ਬਣਾਈ ਹੋਈ ਆ ਕਾਇਨਾਤ ਜਿਹੜੀ ਦੁਨੀਆ ਹੈ ਉਹਦੇ ਅੰਦਰ ਵੰਡ ਰਿਹਾ। ਤੇ ਜਿਹੜੇ ਜੀ ਫਿਰ ਇਸ ਹਿਸਾਬ ਨਾਲ ਚੱਲਦੇ ਉਹਨਾਂ ਤੇ ਪਾਤਸ਼ਾਹ ਗੁਰਬਾਣੀ ਅੰਦਰ ਸਮਝਾ ਰਹੇ ਹਨ ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਦੂਸਰਾ ਪਰਉਪਕਾਰ ਕਿ ਉਹ ਜੀਵ ਜਿਹੜੇ ਸੰਤ ਸਾਧੂ ਭਗਤ ਜਨ ਉਸ ਮਾਲਿਕ ਦੀ ਬੰਦਗੀ ਕਰਦੇ ਆ ਉਹ ਇੱਕ ਵੱਡਾ ਦਾਨ ਫਿਰ ਅੱਗੇ ਆਪਣੇ ਵਰਗੇ ਸੰਸਾਰੀ ਜੀਵਾਂ ਨੂੰ ਦਿੰਦੇ ਆ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹ ਜੋ ਵੱਡਾ ਪਰਉਪਕਾਰ ਹੈ ਕਿਸੇ ਇਨਸਾਨ ਨੂੰ ਜੀਵਨ ਦਾਨ ਦੇਣਾ, ਜੀਵਨ ਦੀ ਜਾਚ ਸਿਖਾ ਦੇਣੀ, ਜੋ ਧਰਮ ਦੀ ਸਿੱਖਿਆ ਹੈ ਇਹ ਸਹੀ ਅੱਗੇ ਵੰਡਣੀ ਸ਼ੁਰੂ ਕਰ ਦੇਣੀ। ਜਿਨ੍ਹਾਂ ਦੇ ਮਨ ਦੇ ਅੰਦਰ ਇਹ ਭੇਦ ਆ ਗਿਆ ਵਾਹਿਗੁਰੂ ਨੇ ਸੁਤਾ ਬਖਸ਼ਿਸ਼ ਕੀਤੀ, ਉਹ ਫਿਰ ਵੱਡਾ ਪਰਉਪਕਾਰ ਸੰਸਾਰ ਦੇ ਜੀਵਾਂ ਦੇ ਉੱਪਰ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜਾ ਆਮ ਜੀਵ ਨੂੰ ਦ੍ਰਿਸ਼ਟਮਾਨ ਦੇ ਅੰਦਰ ਦਿਖਾਈ ਨਹੀਂ ਦਿੰਦਾ। ਜਿਸ ਤਰ੍ਹਾਂ ਆਪਾਂ ਅਨੇਕਾਂ ਸਾਧੂ ਸੰਤਾਂ ਭਗਤਾਂ ਦਾ ਜੀਵਨ ਪੜ੍ਹਦੇ ਹਾਂ ਜਿਹੜੇ ਫਿਰ ਬਹੁਤ ਵੱਡੀ ਮਿਹਨਤ ਕਰਕੇ ਆਪਣੇ ਵਰਗੇ ਜੀਵਾਂ ਦੇ ਦ੍ਰਿਸ਼ਟੀ ਦੇ ਨਾਲ ਹੀ ਜਿਹੜੇ ਦੁੱਖ ਨੇ ਉਹ ਹਰਨ ਕਰ ਦਿੰਦੇ ਆ। ਇਸ ਕਰਕੇ ਉਹ ਹਰ ਸਮੇਂ ਪਰਉਪਕਾਰ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰਦੇ। ਉਹ ਆ ਸੰਸਾਰ ਨੂੰ ਦ੍ਰਿਸ਼ਟਮਾਨ ਸਰਗੁਣ ਸਰੂਪ ਪਰਮਾਤਮਾ ਦਾ ਵੇਖਦੇ ਹੋਏ
ਇਹ ਪਰਉਪਕਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ। ਜਿਵੇਂ ਜਿਹੜੇ ਬੰਦਗੀ ਵਾਲੇ ਸਾਧੂ ਮਹਾਤਮਾ, ਉਹ ਜਿੰਨਾ ਚਿਰ ਸੰਸਾਰ 'ਚ ਰਹਿੰਦੇ ਉਹ ਲੋਕਾਂ ਦੇ ਭਲੇ ਵਾਸਤੇ ਹੀ ਕਾਰਜ ਕਰਦੇ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਹਨ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਜਿਹੜੇ ਪਾਤਸ਼ਾਹ ਕਹਿੰਦੇ ਉਸ ਪ੍ਰਭੂ ਦਾ ਸਿਮਰਨ ਕਰਨ ਵਾਲੇ ਲੋਕ ਅਸੀਂ ਉਹਨਾਂ ਤੋਂ ਸਦਾ ਬਲਿਹਾਰ ਬਲਿਹਾਰ ਜਾਂਦੇ ਹਾਂ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ। ਕਹਿੰਦੇ ਉਹਨਾਂ ਦੇ ਜਿਹੜੇ ਮੁਖ ਨੇ ਉਹ ਸੋਹਣੇ ਬਣ ਜਾਂਦੇ ਆ, ਪਰਮਾਤਮਾ ਦੇ ਦਰਬਾਰ ਦੇ ਅੰਦਰ ਅੱਛੇ ਲੱਗਦੇ ਆ ਉਹ ਜੀਵ। ਜਿਸ ਤਰ੍ਹਾਂ ਆਪਾਂ ਹਰ ਰੋਜ਼ ਪੜ੍ਹਦੇ ਹਾਂ ਸਲੋਕ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਤੇ ਪਾਤਸ਼ਾਹ ਇਹ ਸਮਝਾ ਰਹੇ ਆ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ। ਇੱਕ ਪਾਸੇ ਪਾਤਸ਼ਾਹ ਸਮਝਾ ਰਹੇ ਆ ਉਸ ਪ੍ਰਭੂ ਦੀ ਸਿਫਤ ਸਲਾਹ ਬੰਦਗੀ ਕਰਨ ਵਾਲੇ ਲੋਕ ਸੋਹਣੇ ਲੱਗਦੇ ਆ ਮੈਨੂੰ, ਤੇ ਐਸੀ ਪ੍ਰਭੂ ਖੇਲ ਵਰਤਾਉਂਦਾ ਦੁਨੀਆ ਦੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਨੂੰ ਪੂਜਣ ਆਉਂਦੇ ਆ, ਉਹਨਾਂ ਦੇ ਸਤਿਕਾਰ ਕਰਦੇ ਆ। ਦੂਸਰੇ ਪਾਸੇ ਇਹ ਵੀ ਸਾਨੂੰ ਸਾਵਧਾਨ ਕੀਤਾ ਗਿਆ, ਫਰੀਦਾ ਤਿੰਨਾ ਮੁਖ ਡਰਾਵਣੇ, ਜਿਨੀ ਵਿਸਾਰਿਓ ਨਾਉ ਇੱਥੇ ਦੁੱਖ ਘਨੇਰਿਆਂ ਆਗੇ ਠੌਰ ਨਾ ਠਾਓ। ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਿਆ ਹੋਇਆ ਉਹਨਾਂ ਦੇ ਪਾਤਸ਼ਾਹ ਕਹਿੰਦੇ ਡਰਾਉਣੇ ਨੇ ਮੁਖ। ਫਰੀਦਾ ਤਿੰਨਾ ਮੁਖ ਡਰਾਵਣੇ, ਕਿੰਨਾ ਦੇ? ਜਿਨੀ ਵਿਸਾਰਿਓ ਨਾਉ ਇੱਥੇ ਦੁੱਖ ਘਨੇਰਿਆਂ ਆਗੇ ਠੌਰ ਨਾ ਠਾਓ। ਇੱਕ ਜਗ੍ਹਾ ਤਾਂ ਪਾਤਸ਼ਾਹ ਨੇ ਬਹੁਤ ਸਖਤ ਸ਼ਬਦਾਂ ਦੀ ਵਰਤੋਂ ਕੀਤੀ। ਮਹਾਰਾਜ ਜੀ ਕਹਿੰਦੇ, ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ, ਦਿਸ਼ਟਾ ਅੰਦਰ ਕੀਟ ਜਿਉ ਮੁੱਠੀ ਧੰਦੇ ਚੋਰ। ਕਿ ਜਿਹੜੇ ਉਸ ਪ੍ਰਭੂ ਦੀ ਬੰਦਗੀ ਛੱਡ ਕੇ, ਉਸ ਮਾਲਕ ਦੇ ਨਾਮ ਸਿਮਰਨ ਨੂੰ ਛੱਡ ਕੇ ਹੋਰ ਜਪ ਤਪ ਕਰਦੇ ਫਿਰਦੇ ਆ। ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ। ਹਾਲਤ ਕੈਸੀ ਦੱਸੀ? ਕਹਿੰਦੇ ਦਿਸ਼ਟਾ ਅੰਦਰ ਕੀਟ ਜਿਉ ਮੁੱਠੀ ਧੰਦੇ ਚੋਰ। ਗੰਦਗੀ ਦੇ ਕੀੜੇ ਚੋਰ ਕਹਿਤਾ। ਜਿੰਨੇ ਵੀ ਉਹ ਕਰਮ ਕਰਦੇ ਆ, ਜਿਵੇਂ ਧਰਮ ਦੇ ਰਸਤੇ ਚੱਲ ਕੇ ਅੱਜ ਆਪਾਂ ਵੇਖਦੇ ਹਾਂ ਬਹੁਤ ਸਾਰੇ ਇਨਸਾਨ ਪਰਮਾਤਮਾ ਦੀ ਬੰਦਗੀ ਤਾਂ ਕਰਦੇ ਨਹੀਂ, ਹੋਰ ਬਹੁਤ ਸਾਰੇ ਉਹ ਸਾਧਨ ਕਰਦੇ ਆ। ਪਰ ਗੁਰੂ ਨਾਨਕ ਦੇ ਘਰ ਨੇ ਬੜਾ ਸਾਵਧਾਨ ਕੀਤਾ। ਕਹਿੰਦੇ ਜੇ ਭਾਈ ਤੁਸੀਂ ਇਹ ਕਾਰਜ ਨੂੰ ਆਪਦੇ ਜੀਵਨ ਕਾਲ ਦੌਰਾਨ ਛੱਡ ਕੇ ਸਾਰੀ ਦਿਹਾੜੀ ਮਾਇਆ ਨੂੰ ਹੀ ਜਪੀ ਜਾਂਦੇ ਹੋ, ਆਹ ਦ੍ਰਿਸ਼ਟਮਾਨ ਸੰਸਾਰ ਦੇ ਨਾਲ ਹੀ ਤੁਹਾਡਾ ਪਿਆਰ ਆ, ਸਾਰਾ ਦਿਨ ਸੰਸਾਰ ਦਾ ਜਾਪ ਹੀ ਕਰੀ ਜਾਂਦੇ ਹੋ, ਸੰਸਾਰ ਦੇ ਲੋਕਾਂ ਦੀ ਵਡਿਆਈ ਕਰੀ ਜਾਂਦੇ ਹੋ, ਪਲ ਚ ਸਗਲੀ ਮੋਈ ਝੂਠੈ ਧੰਦਾ ਮੋਹ। ਆਹ ਸੰਸਾਰ ਦੇ ਅੰਦਰ ਹੀ ਸਾਰਾ ਦਿਨ ਜੁੜੇ ਰਹਿੰਦੇ ਹੋ, ਝੂਠਾ ਮੋਹ ਹੈ। ਪਾਤਸ਼ਾਹ ਕਹਿੰਦੇ ਫਿਰ ਹਾਲਤ ਕੀ? ਜਿਨੀ ਨਾਮ ਵਿਸਾਰਿਆ। ਕਿਉਂਕਿ ਦੋ ਹੀ ਚੀਜ਼ਾਂ ਨੇ ਜਿਹਦੇ ਨਾਲ ਇਹ ਸੰਸਾਰ ਦਾ ਖੇਡ ਚੱਲ ਰਿਹਾ। ਇੱਕ ਨੂੰ ਮਾਇਆ ਕਹਿੰਦੇ ਨੇ, ਦੂਸਰੇ ਨੂੰ ਬ੍ਰਹਮ ਕਹਿੰਦੇ ਨੇ, ਪ੍ਰਮਾਤਮਾ ਸੱਚ। ਦੋ ਚੀਜ਼ਾਂ ਦੁਆਰਾ ਇਹ ਖੇਲ ਚੱਲ ਰਿਹਾ। ਹੁਣ ਜਿਹੜੇ ਇਨਸਾਨ ਤਾਂ ਪਰਮਾਤਮਾ ਨੂੰ ਛੱਡ ਕੇ ਸਿਰਫ ਆਹ ਸੰਸਾਰ ਦਾ ਜਾਪ ਕਰਦੇ ਆ, ਕਿਉਂਕਿ ਸੁਭਾਅ ਬਣ ਜਾਂਦਾ ਸਾਡਾ ਕਈ ਵਾਰ ਹਰ ਸਮੇਂ ਅਸੀਂ ਦੁਨੀਆ ਦੇ ਪਦਾਰਥਾਂ ਦੀ ਆਪਦੇ ਮਨ ਦੇ ਅੰਦਰ ਯਾਦ ਬਣਾਈ ਹੋਈ ਹੈ। ਤਾਂ ਪਾਤਸ਼ਾਹ ਕੀ ਸਮਝਾ ਰਹੇ ਆ? ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ, ਦਿਸ਼ਟਾ ਅੰਦਰ ਕੀਟ ਜਿਉ ਮੁੱਠੀ ਧੰਦੇ ਚੋਰ। ਕਹਿੰਦੇ ਗੰਦਗੀ ਦੇ ਕੀੜੇ ਚੋਰ ਕਹਿਤਾ। ਇਸ ਕਰਕੇ ਦੂਸਰੇ ਪਾਸੇ ਪਾਤਸ਼ਾਹ ਸਮਝਾ ਰਹੇ ਆ ਕਿ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ।
ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੈ। ਸਦਾ ਸੁਖ ਦੀ ਆਸ ਰੱਖਦਾ ਇਨਸਾਨ, ਆਸ ਸੁਖ ਦੀ ਰੱਖਦਾ ਤੇ ਘਿਰਿਆ ਦੁੱਖਾਂ ਅੰਦਰ ਰਹਿੰਦਾ। ਕਿਉਂਕਿ ਮਹਾਰਾਜ ਗੁਰਬਾਣੀ ਅੰਦਰ ਸਮਝਾਉਂਦੇ ਨੇ, ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤ ਬਿਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਅਸੀਂ ਹਰ ਸਮੇਂ ਆਪਣੀ ਮਤ ਅਨੁਸਾਰ ਸਾਰੇ ਸੰਸਾਰ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਦੇ ਪਰਿਵਾਰ ਨੂੰ ਆਪਦੀ ਮਤ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪ ਆਪਣੀ ਮਤ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਹੱਥ 'ਚ ਹੀ ਕੁਝ ਨਹੀਂ ਹੈ, ਇਹ ਤਾਂ ਕਿਸੇ ਸ਼ਕਤੀ ਦਾ ਖੇਲ ਚੱਲ ਰਿਹਾ। ਜਿੱਧਰ ਨੂੰ ਉਹ ਤੇਰਾ, ਜਿਵੇਂ ਆਪਾਂ ਬਲਦਾਂ ਦੇ ਨੱਕਾਂ 'ਚ ਨੱਥ ਪਾ ਲੈਂਦੇ ਤੇ ਮਾਲਕ ਜਿੱਧਰ ਨੂੰ ਜੀ ਕਰਦਾ ਰੱਸਾ ਖਿੱਚ ਕੇ ਮੋੜ ਲੈਂਦਾ, ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਨੱਕਾਂ ਦੇ ਵਿੱਚ ਇੱਕ ਨੱਥ ਪਾਈ ਹੋਈ ਆ ਜੋ ਦੀਂਦੀ ਨਹੀਂ। ਦ੍ਰਿਸ਼ਟਮਾਨ ਸੂਖਮ ਖੇਲ ਆ, ਗੁਰਬਾਣੀ ਦੁਆਰਾ ਇਹਦਾ ਭੇਦ ਆਉਂਦਾ। ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਤਾ ਕਰੈ ਪੂਰਬ ਕੇ ਤਾਈ, ਪੱਛਮ ਹੀ ਲੈ ਜਾਤ। ਸਤਿਗੁਰੂ ਪਾਤਸ਼ਾਹ ਕਹਿੰਦੇ ਇਨਸਾਨ ਦੀ ਇੱਕ ਫਿਤਰਤ ਹੈ, ਇਹ ਹਰ ਸਮੇਂ ਚਾਹੁੰਦਾ ਕਿ ਮੇਰੇ ਜੀਵਨ ਦੇ ਅੰਦਰ ਕਿਤੇ ਦੁੱਖ ਹੀ ਨਾ ਆਵੇ ਤੇ ਵਾਹਿਗੁਰੂ ਕਰੇ ਕਿਸੇ ਦੇ ਆਵੇ ਵੀ ਨਾ। ਇਹ ਅਸੀਂ ਯਤਨ ਕਰ ਰਹੇ ਹਾਂ ਸਾਰੇ, ਪਰ ਯਤਨ ਕਰਨ ਦੇ ਬਾਵਜੂਦ ਵੀ ਪਾਤਸ਼ਾਹ ਨੇ ਇਹ ਸੰਸਾਰ ਨੂੰ ਦੁੱਖਾਂ ਦਾ ਘਰ ਕਹਿਤਾ। ਨਾਨਕ ਦੁਖੀਆ ਸਭ ਸੰਸਾਰ। ਤੇ ਪਾਤਸ਼ਾਹ ਫਿਰ ਸਮਝਾ ਰਹੇ ਆ, ਜਿਹੜੇ ਉਸ ਮਾਲਿਕ ਦੇ ਨਾਮ ਦਾ ਸਿਮਰਨ ਬੰਦਗੀ ਭਗਤੀ ਕਰਦੇ ਆ ਉਹ ਸਦਾ ਸੁਖੀ ਵਸਣਾ ਸ਼ੁਰੂ ਕਰ ਦਿੰਦੇ ਆ। ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਟਿਕਾਊ ਆ, ਸਹਿਜ ਆ, ਉਸ ਮਾਲਿਕ ਦੀ ਰਜਾ 'ਚ ਰਹਿਣਾ ਸੁਖੀ ਕਰ ਲੈਂਦੇ ਆ, ਰਹਿਣਾ ਸਿੱਖ ਲੈਂਦੇ ਆ। ਤੇ ਜਿਹੜੇ ਉਸ ਪਰਮਾਤਮਾ ਦੀ ਰਜਾ 'ਚ ਰਹਿਣਾ ਸਿੱਖ ਲੈਂਦੇ ਆ, ਉਹਨਾਂ ਨੂੰ ਸਚਿਆਰੇ ਸਿੱਖ ਕਿਹਾ ਗੁਰਬਾਣੀ 'ਚ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਉਂਕਿ ਸਾਡੀਆਂ ਜਿਹੜੀਆਂ ਮਨ ਦੀਆਂ ਮੰਗਾਂ ਨੇ, ਅਸੀਂ ਕਈ ਵਾਰ ਪਰਮਾਤਮਾ ਦਾ ਸ਼ੁਕਰ ਹੀ ਨਹੀਂ ਕਰਦੇ। ਜਿੰਨੇ ਮਰਜ਼ੀ ਸਾਡੇ ਕੋਲੇ ਪਦਾਰਥ ਆਈ ਜਾਣ ਤੇ ਭੁੱਖ ਸਾਡੀ ਇੰਨੀ ਵੱਧ ਚੁੱਕੀ ਆ, ਉਸ ਪਰਮਾਤਮਾ ਦਾ ਸ਼ੁਕਰ ਕਰਨ ਦੀ ਬਜਾਏ ਅਸੀਂ ਹਰ ਸਮੇਂ ਉਲੰਭ ਹੀ ਦੇਈ ਜਾਂਦੇ ਰਹਿੰਦੇ ਹਾਂ। ਪਰ ਪਾਤਸ਼ਾਹ ਸਮਝਾ ਰਹੇ ਆ, ਜਦੋਂ ਕੋਈ ਪਰਮਾਤਮਾ ਦੀ ਬੰਦਗੀ ਜੀਵ ਕਰਦਾ, ਉਹਨੂੰ ਪ੍ਰਭੂ ਇੱਕ ਸ਼ਕਤੀ ਬਖਸ਼ਿਸ਼ ਕਰਦੇ ਆ, ਉਹ ਫਿਰ ਰਜਾ 'ਚ ਰਹਿਣਾ ਸਿੱਖ ਲੈਂਦਾ। ਤੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਜਿਹੜੇ ਜੀਵ ਉਸ ਪਰਮਾਤਮਾ ਦੀ ਰਜਾ 'ਚ ਸਹਿਣਾ ਸਿੱਖ ਲੈਂਦੇ ਆ, ਉਹ ਸਦਾ ਸੁਖੀ ਰਹਿੰਦੇ ਆ। ਤੇ ਜਿਹੜੇ ਨਹੀਂ ਰਜਾ 'ਚ, ਉਹ ਫਿਰ ਇਸੇ ਬਾਣੀ ਅੰਦਰ ਇਹ ਵੀ ਗਿਆਨ ਦਿੱਤਾ ਕਿ ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ, ਜੋ ਕੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਬਤ ਰਹਿਬੋ। ਕਿ ਇਹ ਸੰਸਾਰ ਦੇ ਅੰਦਰ ਅਗਿਆਨਤਾ ਦੇ ਹਨੇਰੇ ਸਾਰੇ ਹੀ ਰੋਈ ਜਾਂਦੇ ਆ। ਅੰਧਕਾਰ ਸੁਖ ਕਵੇ ਨਾ ਸੋਈ ਹੈ, ਉਹ ਸੁੱਖ ਦੀ ਨੀਂਦ ਸੌਂ ਹੀ ਨਹੀਂ ਸਕਦੇ। ਰਾਜਾ ਰੰਕ ਦੋ ਮਿਲ ਰੋਈ ਹੈ, ਇੱਥੇ ਰਾਜੇ ਵੀ ਰੋਈ ਜਾਂਦੇ ਆ ਤੇ ਕੰਗਾਲ ਗਰੀਬ ਵੀ ਰੋਈ ਜਾਂਦੇ ਆ। ਕਿਉਂਕਿ ਜਿਹੜੀ ਚੀਜ਼ ਨਾਲ ਸਾਨੂੰ ਸਬਰ ਆਉਣਾ ਉਹ ਸਾਡੇ ਕੋਲੇ ਨਹੀਂ, ਉਹ ਹੈ ਪ੍ਰਭੂ ਦਾ ਨਾਮ, ਜਿਹਨੇ ਸਾਡੀ ਦੁੱਖ ਵੀ ਖਤਮ ਕਰਨਾ ਆ ਤੇ ਸਾਡੀ ਭੁੱਖ ਵੀ ਖਤਮ ਕਰਨੀ ਹੈ। ਜਿਹਦੇ ਬਾਰੇ ਪਾਤਸ਼ਾਹ ਨੇ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਕਿ ਦੁੱਖ ਭੰਜਨ ਤੇਰਾ ਨਾਮ ਜੀ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜਿਨ੍ਹਾਂ ਕੋਲੇ ਇਹ ਵਸਤੂ ਨਹੀਂ ਹੈ,
ਉੱਥੇ ਰਾਜੇ ਵੀ ਰੋਈ ਜਾਂਦੇ ਆ ਤੇ ਗਰੀਬਾਂ ਨੇ ਤਾਂ ਰੋਣਾ ਹੀ ਰੋਣਾ। ਅੰਧਕਾਰ ਸੁਖ ਕਾਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਦਿਨਸ ਤਰੋਬਤ ਰਹਿਬੋ। ਜਿਹੜੇ ਫਿਰ ਪ੍ਰਭੂ ਦਾ ਸਿਮਰਨ ਕਰਨ ਵਾਲੇ ਲੋਕ ਆ, ਉਹਨਾਂ ਨੂੰ ਮਾਲਕ ਉਹ ਸ਼ਕਤੀ ਦਿੰਦਾ ਆਪਣੇ ਨਾਮ ਦੀ ਟਿਕਾਊ। ਜਿਵੇਂ ਆਪਾਂ ਜਦੋਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਸ਼ਬਦ ਦਾ ਥੰਮ ਦਿੰਦੇ ਹਾਂ ਆਪਣੇ ਮਨ ਨੂੰ, ਇਹਨੂੰ ਫਿਰ ਟਿਕਾਊ ਆਉਂਦਾ, ਵਿਚਾਰਾਂ ਤੋਂ ਬਾਹਰ ਆਉਂਦਾ। ਜੇ ਅਸੀਂ ਇਹ ਕਾਰਜ ਨਹੀਂ ਕਰਦੇ ਤਾਂ ਅੱਜ ਆਪਾਂ ਵੇਖ ਰਹੇ ਹਾਂ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਧਾਰਮਿਕ ਸਥਾਨ ਬਣੇ ਹੋਏ ਆ, ਉੱਥੇ ਵੀ ਲੜਾਈਆਂ ਝਗੜੇ ਹੋ ਰਹੇ ਆ। ਤੀਰਥਾਂ ਦੇ ਤੱਟਾਂ ਤੇ ਜਾਓ, ਉੱਥੇ ਵੀ ਆ ਮਾਇਆ ਦਾ ਐਸਾ ਸ਼ੋਰ ਸ਼ਰਾਬਾ ਹੈ ਤੇ ਉੱਥੇ ਵੀ ਲੜਾਈਆਂ ਝਗੜੇ ਹੋ ਰਹੇ ਆ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ ਕਿ ਭਾਈ ਜੇ ਸੁਖੀ ਹੋਣਾ ਚਾਹੁੰਦਾ ਤਾਂ ਇਹ ਕਾਰਜ ਤੈਨੂੰ ਕਰਨਾ ਪਵੇਗਾ। ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਗੁਰਬਾਣੀ ਅੰਦਰ ਜਪਜੀ ਸਾਹਿਬ ਦੇ ਅੰਦਰ ਸਾਵਧਾਨ ਕਰ ਰਹੇ ਆ ਕਿ ਭਾਈ ਇੱਕ ਗੱਲ ਦਾ ਖਿਆਲ ਰੱਖ ਕੇ ਚੱਲ। ਤੇਰੇ ਮਨ 'ਚ ਇੱਕ ਬਹੁਤ ਵੱਡਾ ਭਰਮ ਪਿਆ ਹੋਇਆ ਕਿ ਤੂੰ ਦੁਨੀਆ ਜਿੱਤਣੀ ਚਾਹੁੰਦਾ। ਲੱਗੇ ਹੋਏ ਆ ਜੀਵ ਆਪੋ ਆਪਣੀ ਮਤ ਅਨੁਸਾਰ, ਪਰ ਭੁੱਲ ਜਾਵੇ ਕੋਈ ਇੱਥੇ ਕਿ ਦੁਨੀਆ ਦੇ ਉੱਪਰ ਕੋਈ ਜਿੱਤ ਪ੍ਰਾਪਤ ਕਰ ਲੂਗਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਨੇ, ਮਹਾਰਾਜ ਜੀ ਕਹਿੰਦੇ ਮਨ ਜੀਤੈ ਜਗ ਜੀਤ, ਜਿਹਨੇ ਆਪਣੇ ਮਨ ਤੇ ਫਤਿਹ ਪਾ ਲਈ ਤੇ ਉਹ ਜੀਵ ਸੁਖੀ ਹੈ। ਤੇ ਉਹ ਹੁਣ ਫਤਿਹ ਜਿਹੜੀ ਮਨ ਦੇ ਉੱਪਰ ਪੈਣੀ ਆ, ਉਹ ਕੱਲੀਆਂ ਗੱਲਾਂ ਨਾਲ ਤਾਂ ਵੀ ਪੈਂਦੀ ਨਹੀਂ ਹੈ। ਸਾਡਾ ਮਨ ਤਾਂ ਪਾਰੇ ਵਾਂਗ ਡੋਲਦਾ, ਪਾਣੀ ਵਾਂਗ ਡੋਲਦਾ। ਅਸੀਂ ਕਿਤੇ ਕਿਤੇ ਬਹੁਤ ਉੱਚੀ ਅਵਸਥਾ 'ਚ ਚਲੇ ਜਾਂਦੇ ਹਾਂ। ਜਦੋਂ ਗੁਰਬਾਣੀ ਦੀ ਵਿਚਾਰ ਸੁਣਦੇ ਹਾਂ, ਪਾਠ ਕਰਦੇ ਹਾਂ, ਸਮਝ ਆਉਣੀ ਸ਼ੁਰੂ ਹੁੰਦੀ, ਕਿਤੇ ਕਿਤੇ ਸਾਡੇ ਮਨ ਦਾ ਵਹਾਅ ਇੰਨਾ ਨੀਵਾਂ ਚਲਿਆ ਜਾਂਦਾ ਕਿ ਇਹਦੇ ਅੰਦਰ ਬਹੁਤ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਸਤਿਗੁਰੂ ਪਾਤਸ਼ਾਹ ਫਿਰ ਸਾਨੂੰ ਗੁਰਬਾਣੀ ਅੰਦਰ ਸਮਝਾ ਰਹੇ ਆ, ਜਿੱਤ ਕਿੱਥੇ ਪ੍ਰਾਪਤ ਹੋਵੇਗੀ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਜਿਨ੍ਹਾਂ ਨੇ ਫਿਰ ਪ੍ਰਭੂ ਦੀ ਬੰਦਗੀ ਕੀਤੀ, ਉਹ ਆਤਮਕ ਤੌਰ ਤੇ ਜਿੱਤ ਪ੍ਰਾਪਤ ਕਰ ਜਾਂਦੇ ਆ। ਜਿਹੜਾ ਉਹਨਾਂ ਦਾ ਮਨ ਆ, ਉਹ ਆਤਮਕ ਰੂਪ ਹੋ ਜਾਂਦਾ ਹੈ। ਕਿਉਂਕਿ ਤਿੰਨ ਚੀਜ਼ਾਂ ਦੇ ਸੁਮੇਲ ਦੇ ਨਾਲ ਇਹ ਖੇਡ ਚੱਲ ਰਿਹਾ। ਇੱਕ ਸਾਡਾ ਮਨ, ਜਿਹਨੂੰ ਪ੍ਰਮਾਤਮਾ ਨੇ ਖਿਡਾਰੀ ਬਣਾ ਕੇ ਇਹ ਸੰਸਾਰ ਦੇ ਅੰਦਰ ਖੇਡ ਖੇਡਣ ਵਾਸਤੇ ਭੇਜਿਆ। ਦੂਜੀ ਸਾਡੀ ਆਤਮਾ, ਜਿਹੜੀ ਸਰੀਰ ਦੀ ਮੁਖੀ ਆ, ਜਿਹਨੇ ਹਰ ਸਮੇਂ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਤੇ ਤੀਸਰਾ ਆਪ ਹੈ ਮਾਲਕ। ਜਦੋਂ ਕੋਈ ਇਨਸਾਨ ਪ੍ਰਮਾਤਮਾ ਦਾ ਸਿਮਰਨ ਕਰਦਾ, ਇਹ ਮਨ ਨੂੰ ਕੁੱਟਦੇ ਆਪਾਂ, ਕੁੱਟ ਕੁੱਟ ਮਨ ਕਸਵੱਟੀ ਲਾਵੇ। ਆ ਜਿਹੜਾ ਜਿਵੇਂ ਆਪਾਂ ਬਾਹਰ ਵੇਖਦੇ ਹਾਂ ਨਾ, ਕੋਈ ਪਸ਼ੂ ਨਹੀਂ ਸਾਡੇ ਆਖੇ ਲੱਗਦਾ, ਅਸੀਂ ਡੰਡਾ ਲੈ ਕੇ ਕੁੱਟਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਜਵਾਕ ਨਹੀਂ ਆਖੇ ਲੱਗਦਾ, ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਹੁਣ ਇਹ ਅਦ੍ਰਿਸ਼ਟ ਦਾ ਖੇਲ ਆ, ਦਿਖਾਈ ਨਹੀਂ ਦਿੰਦਾ। ਇਹ ਫਿਰ ਗੁਰੂ ਦੀ ਬਾਣੀ ਦੁਆਰਾ ਸਾਨੂੰ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਆਉਂਦੀ ਆ ਕਿ ਤੁਸੀਂ ਆਪਣੇ ਮਨ ਨੂੰ ਕੁੱਟੋ। ਹੁਣ ਕੁੱਟਿਆ ਕਿਵੇਂ ਜਾਵੇ ਦੀਂਦਾ ਨਹੀਂ, ਤੇ ਕੁੱਟਣਾ ਕਿਹਨੇ ਆ। ਤੇ ਜਦੋਂ ਫਿਰ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਇਹਨੂੰ ਗੁਰਮੰਤਰ ਦੇ ਅਭਿਆਸ ਦੁਆਰਾ ਜਪ ਜਪ ਕੇ ਇਹਨੂੰ ਅਸੀਂ ਕੁੱਟ ਕੁੱਟ ਕੇ ਆਤਮਿਕ ਰੂਪ ਕਰ ਲੈਂਦੇ ਹਾਂ। ਮਨ ਦਾ ਆਪਾ ਖਤਮ ਹੋ ਜਾਂਦਾ, ਜਿਹਨੂੰ ਆਤਮਿਕ ਗਿਆਨ ਦਾ ਗੁਰਬਾਣੀ ਅੰਦਰ ਦਰਜਾ ਦਿੱਤਾ ਗਿਆ। ਆਤਮਾ ਸਾਰਿਆਂ ਦੇ ਅੰਦਰ ਹੀ ਕੰਮ ਕਰਦੀ ਆ, ਪਰ ਵਿਗੜਿਆ ਹੋਇਆ ਮਨ, ਹੰਕਾਰੀ ਹੋਇਆ ਗਿਆ ਮਨ, ਪਰਮਾਤਮਾ ਤੋਂ ਟੁੱਟਿਆ ਹੋਇਆ ਮਨ ਆਤਮਾ ਦੀ ਆਵਾਜ਼ ਨਹੀਂ ਸੁਣਦਾ। ਆਤਮਾ ਤਾਂ ਕਰਲਾਉਂਦੀ ਆ ਨਾ ਵਿਚਾਰੀ ਕਿ ਅੱਜ ਮੇਰਾ ਮਨ ਨਹੀਂ ਟਿਕਿਆ, ਅੱਜ ਮੇਰਾ ਮਨ ਬਹੁਤ ਦੁਖੀ ਆ,
ਆਤਮਾ ਤਾਂ ਆਪਦੀ ਡਿਊਟੀ ਬਖੂਬੀ ਨਿਭਾ ਰਹੀ ਹੈ। ਜਦੋਂ ਅਸੀਂ ਪਾਠ ਕਰਦੇ, ਸਿਮਰਨ ਕਰਦੇ ਗੈਰ ਹਾਜ਼ਰ ਹੋ ਜਾਂਦੇ ਆ, ਉਦੋਂ ਸਾਡੀ ਆਤਮਾ ਹੀ ਬਾਣੀ ਪੜ੍ਹਦੀ ਆ ਤੇ ਉਹੀ ਸਿਮਰਨ ਕਰਦੀ ਆ, ਮਨ ਸੁਣਦਾ ਨਹੀਂ। ਜਿਉਂ-ਜਿਉਂ ਫਿਰ ਸਾਨੂੰ ਭੇਦ ਆਉਂਦਾ ਜਾਂਦਾ, ਫਿਰ ਇੱਕ ਸਮਾਂ ਇਹੋ ਜਿਹਾ ਬਣਦਾ ਜਦੋਂ ਮਨ ਦਾ ਆਪਾ ਖਤਮ ਹੋ ਜਾਂਦਾ। ਜਦੋਂ ਮਨ ਇੱਕ ਸਮੇਂ ਮਰ ਜਾਂਦਾ, ਫਿਰ ਮਾਲਕ ਕਰਦਾ ਕੀ ਆ? ਮਹਾਰਾਜ ਜੀ ਕਹਿੰਦੇ ਸਾਡੇ ਮੁਖ ਦੇ ਅੰਦਰ ਅੰਮ੍ਰਿਤ ਰਸ ਪਾਉਂਦਾ। ਅੰਮ੍ਰਿਤ ਰਸ ਪਾਇਆ ਮੂਆ ਜਿਵਾਇਆ, ਬਹੁਰ ਮਰਨ ਨਾ ਹੋਈ। ਜਿਵੇਂ ਬਾਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਦ੍ਰਿਸ਼ਟਮਾਨ ਦੇ ਅੰਦਰ ਆਪਾਂ ਨੂੰ ਪੰਜ ਪਿਆਰਿਆਂ ਦੀ ਸਾਜਨਾ ਸਮੇਂ ਇਹ ਖੇਲ ਖੇਡ ਕੇ ਵਿਖਾਇਆ ਕਿ ਉਹਨਾਂ ਦੇ ਸੀਸ ਧੜ ਤੋਂ ਵੱਖ ਕਰਤੇ, ਫਿਰ ਅੰਮ੍ਰਿਤ ਜਲ ਉਹਨਾਂ ਦੇ ਮੁਖ ਚ ਪਾ ਕੇ ਉਹਨਾਂ ਨੂੰ ਦੁਬਾਰੇ ਸੁਰਜੀਤ ਕਰਤਾ, ਜਿਉਂਦੇ ਕਰਤਾ। ਇਸੇ ਤਰ੍ਹਾਂ ਜਦੋਂ ਅਸੀਂ ਆਪਦੇ ਮਨ ਨੂੰ ਕੁੱਟ ਕੇ ਗੁਰ ਸ਼ਬਦ ਦੇ ਅਭਿਆਸ ਦੁਆਰਾ ਮੋਇਆ ਕਰ ਦਿੰਦੇ ਆ, ਇਹਦੇ ਵਿਚਾਰ ਖਤਮ ਹੋ ਜਾਂਦੇ ਆ, ਫਿਰ ਮਾਲਕ ਸਾਡੇ ਮਨ ਦੇ ਅੰਦਰ ਇੱਕ ਵਸਤੂ ਪਾਉਂਦਾ, ਅੰਮ੍ਰਿਤ ਰਸ ਪਾਇਆ ਮੂਆ ਜਵਾਇਆ, ਬਹੁੜ ਮਰਨ ਨਾ ਹੋਈ। ਫਿਰ ਸਾਡੇ ਅੰਤਰਗਤ ਹੀ ਸਾਡੇ ਮਨ ਨੂੰ ਪਰਮਾਤਮਾ ਦਾ ਨਾਮ ਰਸ ਆਉਣਾ ਸ਼ੁਰੂ ਹੁੰਦਾ ਤੇ ਫਿਰ ਇਹ ਆਤਮਿਕ ਰੂਪ ਹੋ ਜਾਂਦਾ, ਜਿੱਤ ਪ੍ਰਾਪਤ ਕਰ ਲੈਂਦਾ। ਪਰ ਹੁੰਦਾ ਕਾਹਦੇ ਨਾਲ? ਮਹਾਰਾਜ ਜੀ ਕਹਿੰਦੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਜਿੰਨਾ ਚਿਰ ਅਸੀਂ ਆਤਮਿਕ ਗਿਆਨ ਨਹੀਂ ਲੈਂਦੇ, ਆਤਮਿਕ ਰਸ ਦਾ ਭੇਦ ਨਹੀਂ ਆਉਂਦਾ, ਉਨਾ ਚਿਰ ਸਾਡਾ ਮਨ ਖਾਲਸ ਨਹੀਂ ਬਣਦਾ। ਬੇਸ਼ੱਕ ਅਸੀਂ ਬਾਹਰ ਜਿਹੜੀ ਸਾਡੀ ਕਾਇਆ ਪੰਜ ਤੱਤਾਂ ਦੀ ਬਣੀ ਹੋਈ ਆ, ਇਹਦੇ ਤੇ ਖਾਲਸਾਈ ਚਿੰਨ੍ਹ ਵੀ ਆਪਾਂ ਪਾ ਲੈਂਦੇ ਆ, ਜਾਂ ਜਿਹੋ ਜਿਹੇ ਧਰਮ ਦੇ ਅੰਦਰ ਕੋਈ ਪੈਦਾ ਹੋਇਆ ਉਹ ਧਰਮ ਦੇ ਚਿੰਨ੍ਹ ਵੀ ਗ੍ਰਹਿਣ ਕੀਤੇ ਜਾਂਦੇ ਆ। ਪਰ ਇਹ ਸਰੀਰ ਦੇ ਅੰਦਰ ਰਹਿਣ ਵਾਲਾ ਜਿਹੜਾ ਸਾਡਾ ਮਨ, ਉਹ ਖਾਲਸ ਜਦੋਂ ਬਣਦਾ ਉਹਦੀ ਨਿਸ਼ਾਨੀ ਦੱਸੀ ਗਈ ਹੈ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਤਾਂ ਪਾਤਸ਼ਾਹ ਫਿਰ ਸਮਝਾ ਰਹੇ ਆ ਕਿ ਭਾਈ ਖਾਲਸ ਬਣਨ ਦੀ ਖਾਤਰ ਇਹ ਜਿਹੜਾ ਮਨ ਸਾਡਾ ਨਖਾਲਸ ਬਣ ਗਿਆ, ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਜਿੰਨਾ ਚਿਰ ਸਾਡੇ ਮਨ ਦੇ ਅੰਦਰ ਜੋਤ ਨਹੀਂ ਪ੍ਰਗਟ ਹੁੰਦੀ, ਉਨਾ ਚਿਰ ਅਸੀਂ ਖਾਲਸ ਨਹੀਂ ਹੁੰਦੇ। ਤਾਂ ਜਦੋਂ ਫਿਰ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਤਾਂ ਆਤਮਿਕ ਜਿੱਤ ਪ੍ਰਾਪਤ ਕਰਦਾ ਤੇ ਫਿਰ ਸਾਡਾ ਸੰਸਾਰ ਦੇ ਅੰਦਰ ਆਉਣਾ ਸਫਲ ਹੁੰਦਾ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਉਹਨਾਂ ਦੀ ਫਿਰ ਜਿਹੜੀ ਰੀਤੀ ਆ ਉਹ ਨਿਰਮਲ ਹੋ ਜਾਂਦੀ ਹੈ। ਉਹ ਸੰਸਾਰ ਦੇ ਅੰਦਰ ਉਹਨਾਂ ਦੀ ਜਿਹੜੀ ਚਾਲ ਆ ਨਿਰਾਲੀ ਕਿਉਂ ਆ? ਇਹ ਨਹੀਂ ਕਿ ਉਹ ਪੁੱਠਾ ਸਿੱਧਾ ਤੁਰਨਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਮਨ ਦੀ ਚਾਲ ਗੁਰੂ ਦੀ ਮੱਤ ਅਨੁਸਾਰ ਚੱਲਣੀ ਸ਼ੁਰੂ ਹੋ ਜਾਂਦੀ ਹੈ। ਤੇ ਆਮ ਜਿਹੜਾ ਇਨਸਾਨ ਉਹ ਆਪਣਾ ਜੀਵਨ ਅਕਾਲ ਦੇ ਪੰਜ ਦੂਤਾਂ ਦੇ ਨਾਲ ਚੱਲ ਕੇ ਸਮਾਪਤ ਕਰ ਰਿਹਾ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ। ਹੁਣ ਇੱਥੇ ਪਾਤਸ਼ਾਹ ਸਮਝਾ ਰਹੇ ਆ ਕਿ ਜਿਹੜਾ ਪ੍ਰਭੂ ਦਾ ਸਿਮਰਨ ਕਰਨ ਵਾਲਾ ਜੀਵ ਆ, ਕਨੇਰੇ ਕਹਿੰਦੇ ਆ ਬਹੁਤ ਜ਼ਿਆਦੇ ਨੂੰ, ਉਹਨਾਂ ਦੇ ਜੀਵਨ ਦੇ ਅੰਦਰ ਕਨੇਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਜਿਹੜੀ ਅਸੀਂ ਆਸ ਕਰ ਰਹੇ ਹਾਂ। ਸੁੱਖਾਂ ਤੋਂ ਉੱਪਰ ਵੀ ਇੱਕ ਆਨੰਦ ਦੀ ਅਵਸਥਾ, ਸੁੱਖ ਦੁੱਖ ਦੋ ਕੱਪੜੇ ਕਹਿਤਾ, ਆਨੰਦ ਹੈ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਤੋਂ ਉੱਪਰ ਆ। ਜਿਹੜਾ ਜੀਵ ਇੱਕ ਵਾਰ ਉਸ ਪ੍ਰਮਾਤਮਾ ਦੀ ਭਗਤੀ ਦਾ ਆਨੰਦ ਮੰਨਣਾ ਸ਼ੁਰੂ ਕਰ ਦਿੰਦਾ, ਉਹ ਦੁੱਖਾਂ ਤੇ ਸੁੱਖਾਂ ਤੋਂ ਉੱਪਰ ਉੱਠ ਖੜਦਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਵਸੈ ਹਰ ਮੇਰੇ। ਕਹਿੰਦੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਜੀਵ ਆ ਉਹ ਹਮੇਸ਼ਾ ਪ੍ਰਮਾਤਮਾ ਦੇ ਨੇੜੇ ਰਹਿੰਦੇ ਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਨੇੜੇ ਰਹਿਣ ਦਾ ਮਤਲਬ ਉਸ ਪ੍ਰਮਾਤਮਾ ਦੀ ਸ਼ਰਨ ਚ ਰਹਿਣਾ।
ਇੱਕ ਤਾਂ ਆਪਾਂ ਪਹਿਲਾਂ ਰਸਨਾ ਨਾਲ ਜਪ ਜਪ ਕੇ ਆਪਦੇ ਮਨ ਨੂੰ ਨੇੜੇ ਰੱਖਦੇ ਹਾਂ, ਕਿਉਂਕਿ ਦੂਰ ਚਲਿਆ ਜਾਂਦਾ। ਨਿਕਟ ਨਾ ਵਸੈ ਪਰਗ੍ਰਹਿ ਜਾਏ, ਇਹ ਆਪਦੇ ਘਰ ਦੇ ਨੇੜੇ ਨਹੀਂ ਰਹਿੰਦਾ, ਪਰਾਇਆ ਘਰ ਜੋ ਮਾਇਆ ਦਾ ਘਰ ਆ, ਸੰਸਾਰ ਦਾ ਘਰ ਆ, ਉਹਦੇ ਚ ਰਚਿਆ ਰਹਿੰਦਾ। ਤੇ ਜਦੋਂ ਸਾਨੂੰ ਭੇਦ ਆਉਣਾ ਸ਼ੁਰੂ ਹੋ ਗਿਆ, ਫਿਰ ਇਹ ਮਾਇਆ ਦੇ ਘਰ ਚ ਘੱਟ ਰਹਿੰਦਾ ਤੇ ਪ੍ਰਮਾਤਮਾ ਦੇ ਨੇੜੇ ਜ਼ਿਆਦੇ ਰਹਿੰਦਾ। ਜਿਹਦੇ ਵਾਸਤੇ ਆਪਾਂ ਸਿਮਰਨ ਕਰਦੇ ਹਾਂ ਕਿ ਆ ਸਾਡੀ ਜਿਹੜੀ ਸੁਰਤੀ ਦਾ ਖਲਾਰਾ ਪਿਆ ਹੋਇਆ, ਇਹਨੂੰ ਗੁਰਮੰਤਰ ਦਾ ਅਭਿਆਸ ਕਰਕੇ ਨੇੜੇ ਲੈ ਕੇ ਆਈਏ ਆਪਦੇ ਧਿਆਨ ਨੂੰ। ਤੇ ਹੌਲੀ ਹੌਲੀ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ, ਅੰਦਰ ਸਾਡੇ ਨਾਮ ਦੀ ਰੌਂ ਚੱਲ ਪੈਂਦੀ, ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਂਦਾ, ਫਿਰ ਹਮੇਸ਼ਾ ਇਨਸਾਨ ਦਾ ਮਨ ਨੇੜੇ ਰਹਿੰਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹ ਹਰ ਸਮੇਂ ਅੰਦਰੋਂ ਪ੍ਰਮਾਤਮਾ ਦਾ ਨਾਮ ਵੀ ਸੁਣੀ ਜਾਂਦੇ ਆ ਤੇ ਸੰਸਾਰ 'ਚ ਵਿਚਰ ਕੇ ਆਪਦੇ ਧੰਦੇ ਵੀ ਕਰੇ ਜਾਂਦੇ ਆ। ਤੇ ਜਿਹੜੇ ਫਿਰ ਨੇੜੇ ਰਹਿਣਾ ਸਿੱਖ ਲੈਂਦੇ ਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਜਿਹੜਾ ਮਾਲਕ ਦੇ ਨੇੜੇ ਰਹਿਣਾ ਸਿੱਖ ਗਿਆ, ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਉਹ ਮਾਲਕ ਦੀ ਸ਼ਰਨ ਚ ਰਹਿੰਦੇ ਨੇ ਜੀਵ, ਉਹ ਫਿਰ ਪ੍ਰਮਾਤਮਾ ਤਤੀ ਬਾਉ ਨਹੀਂ ਲੱਗਣ ਦਿੰਦਾ। ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਇੱਥੇ ਹੁਣ ਸੰਤਾਂ ਦੀ ਭਗਤਾਂ ਦੀ ਵਡਿਆਈ ਕੀਤੀ ਗਈ ਹੈ ਕਿ ਜਦੋਂ ਅਸੀਂ ਕਿਸੇ ਪੂਰਨ ਸਾਧੂ ਮਹਾਤਮਾ ਦੀ ਸੰਗ ਕਰਦੇ ਹਾਂ, ਉਹ ਸਾਡੇ ਮਨ ਨੂੰ ਜਾਗਤ ਅਵਸਥਾ ਚ ਲੈ ਜਾਂਦੇ ਹੈ ਤਾਂ ਬਿਰਲੀ, ਨਹੀਂ ਤਾਂ ਜ਼ਿਆਦੇ ਹੁਣ ਵਾਨਾਰਸ ਕੇ ਠੱਗ ਪੈਦਾ ਹੋਏ ਵੇ ਆ। ਸਾਧੂਆਂ ਦੇ ਭੇਸ ਦੇ ਅੰਦਰ ਕੋਈ ਵਿਰਲੀ ਜਗ੍ਹਾ ਮਿਲੇਗੀ ਜਿੱਥੇ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਵਾ ਕੇ ਉਹਨਾਂ ਦੇ ਮਨ ਨੂੰ ਜਾਗਤ ਅਵਸਥਾ ਚ ਲਿਆਂਦਾ ਜਾਂਦਾ। ਨਹੀਂ ਜ਼ਿਆਦਾਤਰ ਤਾਂ ਸਾਨੂੰ ਧਰਮ ਦੇ ਨਾਂ ਤੇ ਭਰਮ ਦੇ ਚੱਕਰਾਂ ਦੇ ਅੰਦਰ ਹੀ ਭਜਾਈ ਫਿਰੀ ਜਾਂਦੇ ਆ। ਹੁਣ ਪਾਤਸ਼ਾਹ ਐਸੇ ਸੰਤਾਂ ਦੀ ਇੱਥੇ ਵਡਿਆਈ ਕਰ ਰਹੇ ਆ, ਕਹਿੰਦੇ ਸੰਤ ਕਿਰਪਾ ਤੇ ਆਂਦਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਸਾਧੂਆਂ ਦੀ ਕਿਰਪਾ ਦੇ ਨਾਲ ਜਦੋਂ ਇਨਸਾਨ ਫਿਰ ਪ੍ਰਮਾਤਮਾ ਦੀ ਬੰਦਗੀ ਕਰਦਾ, ਉਹਦਾ ਮਨ ਜਾਗਤ ਅਵਸਥਾ ਚ ਆਉਂਦਾ ਤੇ ਸਾਨੂੰ ਸਮਝਾਇਆ ਜਾਂਦਾ, ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਕਿ ਭਾਈ ਪ੍ਰਮਾਤਮਾ ਦਾ ਸਿਮਰਨ ਕਰਕੇ ਆਪਣੇ ਸੁੱਤੇ ਮਨ ਨੂੰ ਜਗਾਓ। ਧਰਮ ਦੇ ਕਰਮ ਸਾਰੇ ਹੀ ਚੰਗੇ ਆ, ਪਰ ਜਿੰਨਾ ਚਿਰ ਅਸੀਂ ਆਪਦੀ ਰਸਨਾ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ, ਉਨਾ ਚਿਰ ਸਾਡਾ ਸੁੱਤਾ ਹੋਇਆ ਮਨ ਜਾਗੇਗਾ ਨਹੀਂ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਫਿਰ ਐਸੇ ਮਹਾਤਮਾ ਸਾਧੂਆਂ ਦੀ ਸੰਗਤ ਕਰਕੇ ਜਿੱਥੇ ਫਿਰ ਪ੍ਰਮਾਤਮਾ ਦਾ ਨਾਮ ਜਪਿਆ ਜਪਾਇਆ ਜਾਂਦਾ, ਤੇ ਮਹਾਰਾਜ ਨੇ ਫਿਰ ਸੰਤਾਂ ਨੂੰ ਇੱਕ ਖੁਸ਼ੀ ਬਖਸ਼ੀ ਹੈ ਕਿ ਜੇ ਕੋ ਵਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜਿਹੜੇ ਫਿਰ ਸਾਨੂੰ ਪ੍ਰਮਾਤਮਾ ਦੀ ਬੰਦਗੀ ਦੇ ਅੰਦਰ ਲਾਉਂਦੇ ਆ, ਉਹਨਾਂ ਦੀ ਕਿਰਪਾ ਦੇ ਨਾਲ ਸਾਡਾ ਮਨ ਜਾਗਦਾ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਝਾ ਰਹੇ ਆ, ਨਾਨਕ ਪ੍ਰਮਾਤਮਾ ਦਾ ਸਿਮਰਨ ਜਿਹੜਾ ਜੀਵ ਕਰਦਾ, ਉਹਦੇ ਭਾਗ ਪੂਰੇ ਹੋ ਜਾਂਦੇ ਆ, ਉਹ ਪੂਰਨ ਹੋ ਜਾਂਦਾ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ 6ਵੀਂ ਪੌੜੀ ਦੇ ਅੰਦਰ ਪਹਿਲੀ ਅਸ਼ਟਪਦੀ ਚ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ। ਆਓ ਫਿਰ ਗਿਆਨ ਦੇ ਨਾਲ ਨਾਲ ਆਪਾਂ ਪ੍ਰੈਕਟੀਕਲ ਵੀ ਕਰਦੇ ਚੱਲੀਏ। ਜੋ ਪ੍ਰਮਾਤਮਾ ਦੇ ਸਿਮਰਨ ਦੀ ਵਡਿਆਈ ਦੱਸੀ ਗਈ ਹੈ, ਉਹ ਗੁਰਮੰਤਰ ਦਾ ਅਭਿਆਸ ਵੀ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ